Good morning, students, and welcome to the English class. Students, today we are going to start new chapter from your main course book. This is chapter number 4, and name of the chapter is A Gift for Christmas, written by O. Henry. It is on page number 46 in your main course book. So, Christmas जो है ਉਹ ਕੀ ਆ, ਇੱਕ ਤਿਉਹਾਰ ਆ ਕ੍ਰਿਸਚਨਸ ਦਾ। ਜਿੱਦਾਂ ਕਿ ਹਰ ਇੱਕ ਧਰਮ ਦੇ ਵਿੱਚ ਆਪਣੇ ਅਲੱਗ-ਅਲੱਗ ਤਿਉਹਾਰ ਹੁੰਦੇ ਆ, ਉੱਦਾਂ ਹੀ ਜੋ ਕ੍ਰਿਸਮਸ ਆ ਉਹ ਕ੍ਰਿਸਚੈਨਿਟੀ ਦਾ ਇੱਕ ਬਹੁਤ ਹੀ ਫੇਮਸ ਤਿਉਹਾਰ ਆ, ਜਿਹੜਾ ਕਿ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਆ। ਠੀਕ ਹੈ, ਸੋ ਇਸ ਤਿਉਹਾਰ ਦੇ ਵਿੱਚ ਸਾਨੂੰ ਜਿੱਦਾਂ ਕਿ ਪਤਾ ਆ ਕਿ ਜੋ ਕ੍ਰਿਸਚਨ ਕਮਿਊਨਿਟੀ ਦੇ ਲੋਕ ਹੁੰਦੇ ਆ ਉਹ ਇੱਕ ਦੂਸਰੇ ਨੂੰ ਤੋਹਫੇ ਦਿੰਦੇ ਆ। ਠੀਕ ਹੈ, ਸੋ ਜਿਹੜਾ ਸਾਡਾ ਚੈਪਟਰ ਆ, ਇਸ ਚੈਪਟਰ ਦਾ ਟਾਈਟਲ ਹੀ ਕੀ ਆ, ਅ ਗਿਫਟ ਫॉर ਕ੍ਰਿਸਮਸ। ਗਿਫਟ ਜਿਹੜਾ ਆ ਕ੍ਰਿਸਮਸ ਦੇ ਉੱਤੇ ਦਿੱਤਾ ਜਾਂਦਾ ਆ, ਉਹਦੇ ਉੱਤੇ ਇਹ ਚੈਪਟਰ ਆ। ਹੁਣ ਗਿਫਟ ਜਿਹੜੇ ਦਿੰਦੇ ਨੇ ਕ੍ਰਿਸਮਸ ਦੇ ਉੱਤੇ, ਉਹ ਇੱਕ ਦੂਸਰੇ ਦੇ ਨੂੰ ਪਿਆਰ ਦੇ ਤੌਰ 'ਤੇ ਦਿੰਦੇ ਨੇ ਲੋਕ, ਆਪਣੇ ਰਿਲੇਟਿਵਸ ਨੂੰ, ਆਪਣੇ ਫਰੈਂਡਸ ਨੂੰ। ਠੀਕ ਹੈ, ਸੋ ਉਹਨਾਂ ਗਿਫਟਸ ਦਾ ਬਹੁਤ ਹੀ ਕੀ ਆ ਮਹੱਤਵ ਹੁੰਦਾ ਉਹਨਾਂ ਦੀ ਲਾਈਫ ਦੇ ਵਿੱਚ। ਸੋ ਇਹ ਜੋ ਸਟੋਰੀ ਆ, ਇਹ ਇੱਕ ਹਸਬੈਂਡ ਐਂਡ ਵਾਈਫ ਦੇ ਪਿਆਰ ਦੀ ਸਟੋਰੀ ਆ, ਜਿਹੜੇ ਕਿ ਇੱਕ ਦੂਸਰੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ, ਸੱਚਾ ਪਿਆਰ ਕਰਦੇ ਆ। ਠੀਕ ਹੈ, ਅਤੇ ਉਹਨਾਂ ਦਾ ਜਿਹੜਾ ਪਿਆਰ ਆ, ਉਸ ਪਿਆਰ ਦੇ ਬਦਲੇ ਉਹ ਇੱਕ ਦੂਸਰੇ ਦੇ ਉੱਤੋਂ ਆਪਣੀਆਂ ਬਹੁਤ ਹੀ ਕੀਮਤੀ ਚੀਜ਼ਾਂ ਨਿਉਛਾਵਰ ਕਰ ਦਿੰਦੇ ਆ। ਕਾਹਦੇ ਵਾਸਤੇ? ਕ੍ਰਿਸਮਸ ਦਾ ਗਿਫਟ ਖਰੀਦਣ ਵਾਸਤੇ। ਸੋ ਕੀ ਸੀਗਾ ਉਹ ਗਿਫਟ, ਕਿੱਦਾਂ ਖਰੀਦਦੇ ਆ, ਕੌਣ ਸੀਗੀ ਇਹ ਹਸਬੈਂਡ ਐਂਡ ਵਾਈਫ, ਉਹ ਅਸੀਂ ਆਪਣੇ ਇਸ ਚੈਪਟਰ ਦੇ ਵਿੱਚ ਅੱਜ ਰੀਡ ਕਰਾਂਗੇ। ਸੋ ਲੈਟਸ ਬਿਗਿਨ ਵਿਦ ਟੈਕਸਟ। $1.87, that was all, and 60 cents of it was in pennies. ਹੁਣ $1.87 ਪੈਸੇ, ਸਿਰਫ ਇੰਨੇ, ਬਹੁਤ ਘੱਟ ਹੁੰਦੇ ਆ $1.87। ਠੀਕ ਹੈ, ਸੋ ਇੰਨੇ ਹੀ ਪੈਸੇ ਸੀਗੇ, ਅਤੇ ਉਹਨਾਂ ਪੈਸਿਆਂ ਦੇ ਵਿੱਚੋਂ ਵੀ ਜਿਹੜੇ 60 ਸੈਂਟ ਸੀਗੇ ਉਹ ਪੈਨੀਸ, ਮਤਲਬ ਛੋਟੇ ਸਿੱਕਿਆਂ ਦੇ ਰੂਪ ਦੇ ਵਿੱਚ ਸੀ। ਪੈਨੀਸ ਸੇਵ 1 and 2 ਐਟ ਅ ਟਾਈਮ। ਹੁਣ ਜਿਹੜੀ ਪੈਨੀਸ ਸੀਗੀਆਂ ਉਹ ਵੀ ਕੀ ਸੀਗੀਆਂ, ਇੱਕ ਇੱਕ ਕਰਕੇ, ਦੋ ਕਰਕੇ ਬਚਾਈਆਂ ਗਈਆਂ ਸੀ ਟਾਈਮ 'ਤੇ। 3 times ਡੈਲਾ ਕਾਊਂਟਡ ਇਟ। ਡੈਲਾ ਨੇ ਇਹਨਾਂ ਪੈਸਿਆਂ ਨੂੰ 3 ਵਾਰ ਕਾਊਂਟ ਕੀਤਾ। ਹੁਣ ਡੈਲਾ ਇਸ ਸਟੋਰੀ ਦੇ ਵਿੱਚ ਕੀ ਆ, ਕਰੈਕਟਰ ਆ, ਵਾਈਫ ਹੈ, ਜਿਹਦੇ ਬਾਰੇ ਅਸੀਂ ਸਟੋਰੀ ਪੜ੍ਹਨੀ ਆ। ਹਸਬੈਂਡ ਐਂਡ ਵਾਈਫ ਦੀ ਇਹ ਸਟੋਰੀ ਆ, ਪਿਆਰ ਦੀ, ਉਹਨਾਂ ਦੇ ਪਿਆਰ ਦੀ ਇੱਕ ਕਹਾਣੀ ਆ ਇਹ। ਠੀਕ ਹੈ, ਸੋ ਡੈਲਾ ਨੇ 3 ਵਾਰ ਉਹ ਪੈਸੇ ਜਿਹੜੇ ਆ ਕਾਊਂਟ ਕੀਤੇ। ਐਂਡ ਦ ਨੈਕਸਟ ਡੇ ਵੁੱਡ ਬੀ ਕ੍ਰਿਸਮਸ। ਅਤੇ ਅਗਲਾ ਦਿਨ ਜਿਹੜਾ ਸੀ ਉਹ ਕੀ ਸੀਗਾ, ਕ੍ਰਿਸਮਸ ਦਾ ਸੀਗਾ। There was clearly nothing that Della could do except to throw herself on the dirty little couch and cry. ਹੁਣ ਡੈਲਾ ਕੀ ਆ ਕਰ ਸਕਦੀ ਆ ਵਿਚਾਰੀ, ਕੁਛ ਨਹੀਂ ਕਰ ਸਕਦੀ। ਇੰਨੇ ਕੋ ਪੈਸੇ ਜਿਹੜੇ ਉਹਨੇ ਗਿਣੇ ਆ, ਉਹ ਕੀ ਕਰਦੀ ਆ, ਰੋਣਾ ਸ਼ੁਰੂ ਕਰ ਦਿੰਦੀ ਆ ਇੱਕ ਡਰਟੀ ਕਾਊਚ ਦੇ ਉੱਤੇ। ਕਾਊਚ ਕੀ ਹੁੰਦਾ, ਸੋਫਾ। ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਡੈਲਾ ਸੋਫੇ ਦੇ ਉੱਤੇ ਲੇਟ ਕੇ ਰੋਣਾ ਸ਼ੁਰੂ ਕਰ ਦਿੰਦੀ ਆ, ਅਤੇ ਟੇਬਲ ਦੇ ਉੱਤੇ ਪੈਸੇ ਪਏ ਹੋਏ ਆ ਜਿਹੜੇ ਉਹਨੇ ਕਾਊਂਟ ਕੀਤੇ ਸੀਗੇ। ਹੁਣ ਇਹ ਪੈਸੇ ਉਹਨੇ ਕਾਊਂਟ ਕਾਹਦੇ ਲਈ ਕਲੈਕਟ ਕੀਤੇ ਆ, ਕਿਉਂ ਉਹ ਕਾਊਂਟ ਕਰ ਰਹੀ ਆ, ਉਹ ਵੀ ਅਸੀਂ ਰੀਡ ਕਰਾਂਗੇ। While Della is crying, let us take a look at her home, which is a furnished flat at $8 a week. You see signs of poverty wherever you turn your eyes. What else can you expect when Della's husband, Mr. James Gillingham Young, earns just $20 a week? ਹੁਣ ਕਹਿੰਦੇ ਕਿ ਜਿੰਨੀ ਦੇਰ ਡੈਲਾ ਰੋ ਰਹੀ ਹੈ, ਉਨੀ ਦੇਰ ਅਸੀਂ ਉਹਦੇ ਘਰ ਵੱਲ ਵੀ ਝਾਤੀ ਮਾਰ ਲਈਏ ਕਿ ਉਹਦਾ ਘਰ ਕਿੱਦਾਂ ਦਾ ਆ। ਜਿਹੜੇ ਘਰ ਦੇ ਵਿੱਚ ਉਹ ਰਹਿ ਰਹੇ ਆ ਉਹ ਕੀ ਆ, ਇੱਕ ਫਲੈਟ ਆ, ਜਿਹਦਾ ਕਿ ਕਿਰਾਇਆ ਵੀਕਲੀ $8 ਆ। ਅਤੇ ਹਰ ਪਾਸੇ ਕੀ ਆ, ਗਰੀਬੀ ਹੀ ਗਰੀਬੀ ਨਜ਼ਰ ਆਉਂਦੀ ਆ। ਜਿੱਧਰ ਵੀ ਤੁਸੀਂ ਆਪਣੀ ਅੱਖ ਦੌੜਾਓਗੇ, ਰਾਈਟਰ ਕਹਿ ਰਿਹਾ, ਤੁਹਾਨੂੰ ਗਰੀਬੀ ਹੀ ਨਜ਼ਰ ਆਏਗੀ ਉਹਨਾਂ ਦੇ ਫਲੈਟ ਦੇ ਵਿੱਚ। ਸੋ ਜਿਹੜਾ ਡੈਲਾ ਦਾ ਹਸਬੈਂਡ ਹੈ, ਉਹਦਾ ਨਾਮ ਹੈ ਮਿਸਟਰ ਜੇਮਸ ਗਿਲਿੰਗਮ ਯੰਗ। ਕਹਿੰਦੇ ਕਿ ਤੁਸੀਂ ਗਰੀਬੀ ਤੋਂ ਇਲਾਵਾ ਹੋਰ ਕੁਝ ਐਕਸਪੈਕਟ ਵੀ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਜੇਮਸ ਹੈ
ਉਹ ਸਿਰਫ ਤੇ ਸਿਰਫ ਹਫਤੇ ਦੇ $20 ਹੀ ਅਰਨ ਕਰਦਾ ਆ, ਮਤਲਬ ਉਹਦੀ ਵੀਕਲੀ ਜਿਹੜੀ ਇਨਕਮ ਆ ਸਿਰਫ ਤੇ ਸਿਰਫ $20 ਹੀ ਆ ਜੇਮਸ ਦੀ। ਦੈਨ ਜੋ ਇਹ ਸਭ ਸੋਚ ਕੇ ਡੈਲਾ ਜਿਹੜਾ ਰੋਣਾ ਸ਼ੁਰੂ ਕਰ ਦਿੰਦੀ ਆ, ਪੈਸੇ ਉਹਨੇ ਕਾਊਂਟ ਕੀਤੇ ਆ, ਫਿਰ ਵਿਚਾਰੀ ਕੀ ਆ ਉਹ ਰੋਣਾ ਸ਼ੁਰੂ ਕਰ ਦਿੰਦੀ ਆ। ਗਰੀਬ ਹੈ ਡੈਲਾ, ਠੀਕ ਹੈ, ਉਹ ਬਹੁਤ ਹੀ ਮਤਲਬ ਪੂਅਰ ਜੀ ਸਿਚੁਏਸ਼ਨ ਦੇ ਵਿੱਚ ਹਸਬੈਂਡ ਐਂਡ ਵਾਈਫ ਜਿਹੜੇ ਆ ਉਹ ਰਹਿ ਰਹੇ ਆ। Della finished crying. She went up to the looking glass and began to powder her cheeks. Then she stood by the window and looked out dully at a grey cat walking on a grey fence in a grey backyard. ਹੁਣ ਡੈਲਾ ਰੋਣਾ ਵਿਚਾਰੀ ਬੰਦ ਕਰਦੀ ਆ, ਫਿਰ ਉਹ ਕੀ ਕਰਦੀ ਆ, ਲੁਕਿੰਗ ਗਲਾਸ ਦੇ ਉੱਤੇ ਸ਼ੀਸ਼ੇ ਦੇ ਮੂਹਰੇ ਜਾ ਕੇ ਆਪਣੇ ਜਿਹੜੇ ਗੱਲਾਂ ਦੇ ਉੱਤੇ ਪਾਊਡਰ ਵਗੈਰਾ ਲਗਾਉਂਦੀ ਆ, ਆਪਣਾ ਫੇਸ ਵਗੈਰਾ ਸਹੀ ਕਰਦੀ ਆ, ਵੀ ਰੋ ਕੇ ਉਹਦਾ ਫੇਸ ਜਿਹੜਾ ਖਰਾਬ ਹੋ ਗਿਆ ਸੀ। Then she stood by the window and looked out dully at a grey cat walking on a grey fence in a grey backyard. ਹੁਣ ਉੱਠਦੀ ਆ, ਫਿਰ ਵਿੰਡੋ ਵੱਲ ਬੈਠ ਜਾਂਦੀ ਆ ਆਪਣੇ ਫਲੈਟ ਦੀ, ਅਤੇ ਬਾਹਰ ਨੂੰ ਦੇਖਣ ਲੱਗ ਜਾਂਦੀ ਆ ਜਿੱਥੇ ਉਹਨੂੰ ਇੱਕ ਕੈਟ ਜਿਹੜੀ ਆ ਗ੍ਰੇ ਫੈਂਸ ਦੇ ਉੱਤੇ ਬੈਕਯਾਰਡ ਦੇ ਉੱਤੇ ਚਲਦੀ ਫਿਰਦੀ ਨਜ਼ਰ ਆਉਂਦੀ ਆ। Tomorrow could be Christmas Day and she had only $1.87 with which to buy Jim a present. ਹੁਣ ਕੱਲ੍ਹ ਦੇ ਦਿਨ ਕੀ ਸੀ, ਅਗਲੇ ਦਿਨ ਜਿਸ ਦਿਨ ਉਹ ਕਾਊਂਟ ਕਰ ਰਹੀ ਹੈ, ਵੈਸੇ ਰੋ ਰਹੀ ਹੈ, ਸਾਰਾ ਕੁਛ ਕਰ ਰਹੀ ਆ ਡੈਲਾ, ਅਗਲੇ ਦਿਨ ਉਸ ਤੋਂ ਕ੍ਰਿਸਮਸ ਆ, ਅਤੇ ਉਹ ਕੀ ਖਰੀਦੇਗੀ ਇੰਨੇ ਥੋੜ੍ਹੇ ਪੈਸਿਆਂ ਦੇ ਨਾਲ ਜਿਮ ਵਾਸਤੇ। ਉਹ ਇੱਕ ਤੋਹਫਾ ਖਰੀਦਣਾ ਚਾਹੁੰਦੀ ਹੈ ਉਹਨਾਂ ਪੈਸਿਆਂ ਦੇ ਨਾਲ ਆਪਣੇ ਹਸਬੈਂਡ ਜਿਮ ਲਈ। ਜੇਮਸ ਨੂੰ ਜਿਮ ਕਹਿ ਕੇ ਬੁਲਾਉਂਦੀ ਆ ਆਪਣੇ ਹਸਬੈਂਡ ਨੂੰ। She had been saving every penny she could for months with this result. $20 a week doesn't go far. ਹੁਣ ਉਹਨੇ ਬਹੁਤ ਸਾਰੇ ਮਹੀਨਿਆਂ ਦੀ ਮਿਹਨਤ ਦੇ ਨਾਲ ਇੰਨੇ ਜਿਹੜੇ ਪੈਸੇ ਸੀ ਉਹ ਜਮ੍ਹਾਂ ਕੀਤੇ ਸੀ, ਕਿਉਂਕਿ ਉਹ ਬਹੁਤ ਗਰੀਬ ਨੇ, ਸਿਰਫ $20 ਇੱਕ ਵੀਕ ਲਈ ਉਹਨਾਂ ਦੀ ਇਨਕਮ ਆ। ਇੰਨੇ ਥੋੜ੍ਹੇ ਪੈਸਿਆਂ ਦੇ ਨਾਲ ਉਹ ਕੀ ਕਰ ਸਕਦੀ ਸੀ, ਉਹਨੇ ਬੜੀ ਮੁਸ਼ਕਿਲ ਦੇ ਨਾਲ ਹੀ ਇੰਨੇ ਪੈਸੇ ਜਿਹੜੇ ਜਮ੍ਹਾਂ ਕੀਤੇ ਸੀ। Expenses had been greater than she had calculated. They always are. ਹੁਣ ਜਿੰਨੀਆਂ ਵੀ ਉਹ ਖਰਚੇ ਜਿਹੜੀ ਬੜੇ ਹੀ ਮੁਸ਼ਕਿਲ ਦੇ ਨਾਲ ਖਰਚੇ ਜਿਹੜੇ ਚਲਾ ਰਹੇ ਸੀ ਆਪਣੇ ਘਰ ਦਾ, ਜਿੰਨਾ ਉਹ ਕੈਲਕੂਲੇਟ ਕਰਦੀ ਸੀ ਕਿ ਇੰਨੇ ਖਰਚੇ ਦੇ ਵਿੱਚ ਹੋ ਜਾਏਗਾ, ਪਰ ਫਿਰ ਵੀ ਜਿਹੜੇ ਆ ਖਰਚੇ ਉਹਨਾਂ ਦੇ ਜ਼ਿਆਦਾ ਹੀ ਰਹਿੰਦੇ ਸੀ ਕਿਉਂਕਿ ਇਨਕਮ ਉਹਨਾਂ ਦੀ ਥੋੜ੍ਹੀ ਸੀ। Only $1.87 to buy a present for Jim, her Jim. Oh, the many happy hours she had spent planning for something nice for him, something fine and rare, worthy of the honor of being owned by Jim. ਹੁਣ ਉਹ ਜਿਹੜਾ ਉਹਦਾ ਹਸਬੈਂਡ ਸੀਗਾ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ, ਉਹਨੇ ਬਹੁਤ ਜ਼ਿਆਦਾ ਪਲੈਨਿੰਗ ਕੀਤੀ ਸੀਗੀ ਕਿ ਇਸ ਕ੍ਰਿਸਮਸ 'ਤੇ ਉਹਨੂੰ ਕੁਛ ਵਧੀਆ ਜਿਹਾ ਗਿਫਟ ਜਿਹੜਾ ਆ ਉਹ ਦੇਵੇਗੀ। ਉਹਨੇ ਬਹੁਤ ਟਾਈਮ ਤੋਂ ਇਹ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਆਪਣੇ ਹਸਬੈਂਡ ਨੂੰ ਇੱਕ ਅੱਛਾ ਜਿਹਾ ਤੋਹਫਾ ਦੇ ਸਕੇ ਜਿਹਦੇ ਨਾਲ ਕਿ ਉਹਨੂੰ ਦੇਖ ਕੇ ਖੁਸ਼ੀ ਮਿਲ ਸਕੇ ਉਹਦੇ ਹਸਬੈਂਡ ਨੂੰ। ਅਤੇ ਉਹ ਸਾਰੀ ਪਲੈਨਿੰਗ ਉਹ ਜਿਹੜੀ ਡੈਲਾ ਉਹ ਕਾਫੀ ਟਾਈਮ ਤੋਂ ਕਰ ਰਹੀ ਸੀ, ਬਟ ਫਿਰ ਵੀ ਉਹ ਇੰਨੇ ਪੈਸੇ ਨਹੀਂ ਜੁਟਾ ਪਾਈ ਸੀ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਹੀ ਇੰਨੀ ਜ਼ਿਆਦਾ ਸੀ। Suddenly Della turned away from the window and stood before the glass. ਅਤੇ ਹੁਣ ਜਿਹੜੀ ਡੈਲਾ ਆ ਉਹ ਉੱਠੀ ਅਤੇ ਉਹ ਸ਼ੀਸ਼ੇ ਮੂਹਰੇ ਜਾ ਕੇ, ਵਿੰਡੋ 'ਤੇ ਬੈਠੀ ਸੀ ਨਾ ਪਹਿਲਾਂ, ਬਾਹਰ ਦੇਖ ਰਹੀ ਸੀ, ਉਹ ਉੱਠੀ ਅਤੇ ਜਾ ਕੇ ਸ਼ੀਸ਼ੇ ਮੂਹਰੇ ਖੜ੍ਹੀ ਹੋ ਗਈ। Her eyes were shining brilliantly, but her face had lost its color all of a sudden. ਉਹਦੀਆਂ ਜਿਹੜੀਆਂ ਅੱਖਾਂ ਸੀ ਉਹ ਚਮਕ ਰਹੀਆਂ ਸੀ, ਬਟ ਉਹਦਾ ਜਿਹੜਾ ਫੇਸ ਸੀਗਾ ਉਹਦਾ ਜਿਹੜਾ ਰੰਗ ਆ ਉਹ ਉੱਡ ਗਿਆ ਕਿਉਂਕਿ ਉਹ ਬੜੀ ਪਰੇਸ਼ਾਨ ਸੀ ਕਿ ਉਹ ਕੀ ਗਿਫਟ ਖਰੀਦੇਗੀ ਆਪਣੇ ਹਸਬੈਂਡ ਵਾਸਤੇ ਅਗਲੇ ਹੀ ਦਿਨ ਜਿਹੜੀ ਕ੍ਰਿਸਮਸ ਸੀ। Rapidly she pulled down her hair and let it fall to its full length. ਅਤੇ ਉਹਨੇ ਅਚਾਨਕ ਕੀ ਕੀਤਾ, ਆਪਣੇ ਜਿਹੜੇ ਬਾਲ ਸੀ ਉਹਨੇ ਖੋਲ੍ਹ ਦਿੱਤੇ ਅਤੇ ਪੂਰੇ ਜਿੰਨੀ ਵੀ ਉਹਦੀ ਲੈਂਥ ਸੀ ਉੱਥੇ ਤੱਕ ਖੁੱਲ੍ਹ ਗਏ ਉਹਦੇ ਬਾਲ ਜਿਹੜੇ ਸੀ, ਖਿਲਾਰ ਲਏ ਮਤਲਬ ਕਿ ਉਹਨੇ ਆਪਣੇ ਬਾਲ। Now there were two possessions of the James Dillingham Youngs in which they both took great pride. One was Jim's gold watch that had been his father's and his grandfather's. The other was Della's hair.
ਹੁਣ ਉਹਨਾਂ ਦੇ ਖਾਨਦਾਨ ਦੇ ਵਿੱਚ, ਜਿਮ ਤੇ ਡੈਲਾ ਦੇ ਵਿੱਚ, ਉਹਨਾਂ ਕੋਲ ਸਿਰਫ ਤੇ ਸਿਰਫ ਦੋ ਹੀ ਕੀਮਤੀ ਚੀਜ਼ਾਂ ਸੀ। ਜਿੱਦਾਂ ਕਿ ਅਸੀਂ ਪੜ੍ਹਿਆ ਕਿ ਉਹ ਬਹੁਤ ਜ਼ਿਆਦਾ ਗਰੀਬ ਨੇ, ਸਿਰਫ $20 ਹੀ ਜਿਹੜਾ ਜਿਮ ਹੈ ਉਹ ਕਮਾ ਪਾਉਂਦਾ ਹੈ ਇੱਕ ਹਫ਼ਤੇ ਦੇ ਵਿੱਚ। ਅਤੇ ਫਿਰ ਵੀ ਉਹਨਾਂ ਕੋਲ ਇੱਕ ਆਪਾਂ ਕਹਿ ਸਕਦੇ ਇੱਕ ਜਾਇਦਾਦ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਾਣ ਸੀ ਦੋਨਾਂ ਨੂੰ। ਅਤੇ ਉਹ ਜਾਇਦਾਦ ਕੀ ਸੀਗੀ? ਇੱਕ ਤਾਂ ਸੀਗੀ ਜਿਮ ਦੀ ਗੋਲਡ ਵਾਚ, ਜਿਹੜੀ ਕਿ ਉਹਦੇ ਫਾਦਰ ਅਤੇ ਗ੍ਰੈਂਡਫਾਦਰ ਨੇ ਉਹਨੂੰ ਦਿੱਤੀ ਸੀ, ਮਤਲਬ ਉਹ ਖਾਨਦਾਨੀ ਵਾਚ ਸੀਗੀ ਗੋਲਡ ਦੀ। ਅਤੇ ਇੱਕ ਸੀ ਡੈਲਾ ਦੇ ਹੇਅਰ ਜਿਹੜੇ ਸੀ ਬਹੁਤ ਖੂਬਸੂਰਤ ਸੀਗੇ। ਇਹ ਦੋਨੋਂ ਉਹਨਾਂ ਦੀ ਉਹ ਇਹਨੂੰ ਆਪਣੀ ਪ੍ਰੋਪਰਟੀ ਸਮਝਦੇ ਸੀ। ਅਤੇ ਕਿਹੜੀਆਂ ਦੋ ਚੀਜ਼ਾਂ ਸੀਗੀਆਂ ਜਿਹੜੀਆਂ ਬਹੁਤ ਜ਼ਿਆਦਾ ਉਹਨਾਂ ਨੂੰ ਮਾਣ ਸੀ ਜਿਨ੍ਹਾਂ 'ਤੇ? ਇੱਕ ਸੀਗੀ ਜਿਮ ਦੀ ਗੋਲਡ ਵਾਚ ਅਤੇ ਦੂਸਰੇ ਸੀ ਡੈਲਾ ਦੇ ਖੂਬਸੂਰਤ ਬਾਲ। Della let fall her beautiful hair and it looked like a cascade of brown waters. It reaches below her knees. ਹੁਣ ਡੈਲਾ ਨੇ ਜਿਹੜੇ ਆਪਣੇ ਬਾਲ ਖਿਲਾਰੇ ਅਤੇ ਉਹ ਜਦੋਂ ਉਹਦੇ ਬਾਲ ਖਿਲਰੇ ਉਹਨੇ ਖੋਲ੍ਹੇ ਆਪਣੇ ਬਾਲ, ਉਹਦੇ ਬਾਲ ਇੱਦਾਂ ਲੱਗ ਰਹੇ ਸੀ। ਕੈਸਕੇਡ ਕੀ ਹੁੰਦਾ ਆ? ਪਾਣੀ ਦਾ ਝਰਨਾ, ਠੀਕ ਹੈ। ਪਾਣੀ ਜਿਹੜਾ ਪਹਾੜੀ ਦੇ ਉੱਪਰੋਂ ਦੀ ਨੀਚੇ ਨੂੰ ਆਉਂਦਾ ਨਾ, ਜਿਹਨੂੰ ਆਪਾਂ ਝਰਨਾ ਕਹਿੰਦੇ ਉੱਦਾਂ। ਅਤੇ ਉਹਦੇ ਬਾਲ ਜਿਹੜੇ ਸੀ ਉਹ ਬਿਲਕੁਲ ਇੱਕ ਖੂਬਸੂਰਤ ਝਰਨੇ ਦੀ ਤਰ੍ਹਾਂ ਲੱਗ ਰਹੇ ਸੀ। ਅਤੇ ਉਹਦੇ ਬਾਲ ਜਿਹੜੇ ਸੀ ਉਹ ਬਰਾਊਨ ਸੀਗੇ ਕਲਰ ਦੇ ਵਿੱਚ। ਬਰਾਊਨ ਵਾਟਰਸ ਮੀਨਸ ਉਹਦੇ ਬਾਲ ਬਰਾਊਨ ਸੀ, ਇਸ ਕਰਕੇ ਉਹ ਝਰਨੇ ਦੀ ਤਰ੍ਹਾਂ ਲੱਗ ਰਹੇ ਸੀ। ਉਹਦੇ ਬਾਲ ਬਹੁਤ ਲੰਬੇ ਸੀ ਅਤੇ ਬਹੁਤ ਹੀ ਖੂਬਸੂਰਤ ਸੀ। ਕੁਇਕਲੀ ਐਂਡ ਨਰਵਸਲੀ ਸ਼ੀ combed it and did it up again. ਅਤੇ ਬੜੀ ਹੀ ਜਲਦੀ ਉਹਨੇ ਕੀ ਕੀਤਾ? ਦੁਬਾਰਾ ਆਪਣੇ ਵਾਲ ਜਿਹੜੇ ਆ ਕੰਘੀ ਕੀਤੇ ਅਤੇ ਉਹਨਾਂ ਨੂੰ ਦੁਬਾਰਾ ਬੰਨ੍ਹ ਲਿਆ। For a minute she faltered. Tears appeared in her eyes. ਹੁਣ 1 ਮਿੰਟ ਵਾਸਤੇ ਉਹ ਫਿਰ ਕੀ ਆ, ਬੜੀ ਹੀ ਉਦਾਸ ਜੀ ਜਿਹੜੀ ਆ ਖੜੀ ਹੋ ਗਈ। ਫਿਰ ਅੱਖਾਂ ਦੇ ਵਿੱਚੋਂ ਉਹਦੇ ਹੰਝੂ ਜਿਹੜੇ ਆ ਚੋਣ ਲੱਗ ਗਏ। ਪਹਿਲਾਂ ਉਹ ਚੁੱਪ ਕਰ ਗਈ ਸੀਗੀ ਜਦੋਂ ਕਾਊਚ ਦੇ ਉੱਤੇ ਰੋਣ ਲੱਗ ਗਈ ਸੀ, ਬਟ ਫਿਰ ਉਹਨੇ ਆਪਣੇ ਆਪ ਨੂੰ ਸੰਭਾਲਿਆ। ਪਰ ਫਿਰ ਉਹਨੇ ਹੁਣ ਜਦੋਂ ਸ਼ੀਸ਼ੇ ਮੂਹਰੇ ਵਾਲ ਖੋਲ੍ਹੇ, ਫਿਰ ਉਹਨਾਂ ਨੂੰ ਦੇਖ ਕੇ ਫਿਰ ਕੁਝ ਸੋਚ ਕੇ ਰੋਣ ਲੱਗ ਗਈ। That was only for a moment. She put on her old brown jacket. She put on her old brown hat. With her eyes shining brightly, she fluttered out of the door and down the stairs to the street. ਹੁਣ ਫਿਰ ਕੀ ਕੀਤਾ ਉਹਨੇ? ਫਟਾਫਟ ਜੋ ਆਪਣੇ ਬਾਲ ਦੁਬਾਰਾ ਕੰਘੀ ਕਰਕੇ ਬੰਨ੍ਹ ਲਏ, ਪਹਿਲਾਂ ਉਹਨੇ ਖੋਲ੍ਹ ਲਏ ਸੀ। ਅਤੇ ਫਿਰ ਫਟਾਫਟ ਉਹਨੇ ਕੀ ਕੀਤਾ? ਆਪਣੀ ਜਿਹੜੀ ਬਰਾਊਨ ਜੈਕਟ ਸੀ, ਪੁਰਾਣੀ ਬਰਾਊਨ ਜੈਕਟ ਸੀ, ਉਹ ਪਾਈ। ਆਪਣੀ ਬਰਾਊਨ ਜਿਹੜੀ ਹੈਟ ਸੀ ਉਹ ਪਾਈ। ਉਹਨੂੰ ਪਾ ਕੇ ਉਹ ਘਰ ਤੋਂ ਬਾਹਰ ਚਲੀ ਗਈ। She stopped at a shop with the sign Mem Sofronio. ਅਤੇ ਹੁਣ ਉਹ ਇੱਕ ਆਪਣੇ ਘਰ ਤੋਂ ਬਾਹਰ ਆ ਚੁੱਕੀ ਆ, ਬਾਜ਼ਾਰ ਦੇ ਵਿੱਚ ਜਾ ਰਹੀ ਆ ਅਤੇ ਉਹ ਇੱਕ ਦੁਕਾਨ ਦੇ ਅੱਗੇ ਜਾ ਕੇ ਖੜੀ ਹੁੰਦੀ ਆ ਅਤੇ ਦੁਕਾਨ ਦਾ ਨਾਮ ਹੁੰਦਾ ਆ ਮੈਮ ਸੋਫਰੋਨੀਓ। ਅਤੇ ਹੇਅਰ ਗੁੱਡਸ ਆਫ ਆਲ ਕਾਈਂਡਸ। ਅਤੇ ਹੁਣ ਉਹ ਜਿਹੜੀ ਦੁਕਾਨ ਸੀਗੀ ਉਹ ਕਾਹਦੀ ਸੀਗੀ? ਉੱਥੇ ਵਾਲ ਖਰੀਦੇ ਜਾਂਦੇ ਸੀ, ਵੇਚੇ ਜਾਂਦੇ ਸੀ, ਅਤੇ ਹੋਰ ਵੀ ਵਾਲਾਂ ਦੇ ਨਾਲ ਰਿਲੇਟਡ ਜੋ ਵੀ ਸੀ ਚੀਜ਼ਾਂ ਉਸ ਸ਼ੌਪ ਦੇ ਉੱਤੇ ਹੁੰਦੀਆਂ ਸੀ। The shop was located on the second floor. ਜਿਹੜੀ ਸ਼ੌਪ ਸੀ ਉਹ ਸੈਕਿੰਡ ਫਲੋਰ ਦੇ ਉੱਤੇ ਸੀਗੀ। ਡੈਲਾ ran up the stairs. ਡੈਲਾ ਫਟਾਫਟ ਜਿਹੜੀ ਆ ਉੱਪਰ ਸਟੇਅਰਸ ਲੈ ਕੇ ਚਲੇ ਗਈ ਸ਼ੌਪ ਦੇ ਅੰਦਰ। Will you buy my hair? asked Della. ਹੁਣ ਡੈਲਾ ਨੇ ਦੁਕਾਨ ਦੇ ਵਿੱਚ ਜਾ ਕੇ ਉੱਥੇ ਪੁੱਛਿਆ, ਜਿਹਦੀ ਉਹ ਦੁਕਾਨ ਸੀ, ਕਿ ਤੁਸੀਂ ਮੇਰੇ ਬਾਲ ਖਰੀਦੋਗੇ? I buy hair, said madam. Take your hat off and let me have a look at it. ਹੁਣ ਜਿਹੜੀ ਦੁਕਾਨ ਦੇ ਵਿੱਚ ਲੇਡੀ ਸੀਗੀ, ਜਿਹਦੀ ਉਹ ਦੁਕਾਨ ਸੀ, ਉਹ ਕਹਿੰਦੀ ਕਿ ਹਾਂ ਮੈਂ ਬਾਲ ਖਰੀਦਦੀ ਹਾਂ। ਕਹਿੰਦੀ ਆਪਣੀ ਹੈਟ ਉਤਾਰ, ਹੁਣ ਡੈਲਾ ਨੂੰ ਕਹਿ ਰਹੀ ਆ। ਡੈਲਾ ਹੈਟ ਪਾ ਕੇ ਆਈ ਸੀ, ਅਸੀਂ ਪੜ੍ਹਿਆ, ਪੁਰਾਣੀ ਬਰਾਊਨ ਇੱਕ ਜੈਕਟ ਅਤੇ ਇੱਕ ਹੈਟ ਸੀ, ਉਹ ਪਾ ਕੇ ਉਹ ਆਈ ਸੀ। ਹੁਣ ਲੇਡੀ ਜਿਹਦੀ ਉਹ ਦੁਕਾਨ ਆ ਉਹ ਕਹਿੰਦੀ ਕਿ ਆਪਣੀ ਹੈਟ ਉਤਾਰ, ਮੈਂ ਤੇਰੇ ਬਾਲ ਪਹਿਲਾਂ ਦੇਖਣਾ ਚਾਹਵਾਂਗੀ। ਡਾਊਨ ਕੇਮ ਦ ਬਰਾਊਨ ਕੈਸਕੇਡ। ਜਦੋਂ ਉਹਨੇ ਆਪਣੇ ਬਾਲ ਖੋਲ੍ਹੇ ਡੈਲਾ ਨੇ, ਉਹਦੇ ਜਿਹੜੇ ਬਰਾਊਨ ਬਾਲ ਸੀ, ਜਿੱਦਾਂ ਆਪਾਂ ਪਿੱਛੇ ਪੜ੍ਹਿਆ ਬਹੁਤ ਹੀ ਖੂਬਸੂਰਤ, ਉਹ ਫਿਰ ਇੱਕ ਕੈਸਕੇਡ ਦੀ ਤਰ੍ਹਾਂ, ਝਰਨੇ ਦੀ ਤਰ੍ਹਾਂ ਨੀਚੇ ਨੂੰ ਆ ਗਏ। $20, said madam, lifting the beautiful hair with her experienced hand. ਹੁਣ ਜਿਹੜੀ ਉਹ ਲੇਡੀ ਸੀ ਜਿਹੜੀ ਬਾਲ ਖਰੀਦੀ ਸੀ, ਜਿਹਦੀ ਉਹ ਸ਼ੌਪ ਸੀ, ਉਹਦੇ ਡੈਲਾ ਦੇ ਬਾਲ ਦੇ ਕੇ ਕਹਿੰਦੀ ਕਿ ਮੈਂ ਇਸ ਬਾਲਾਂ ਦੇ ਬਦਲੇ ਤੈਨੂੰ $20 ਦੇ ਸਕਦੀ ਹਾਂ। Give it to me quickly, said Della. ਡੈਲਾ ਕਹਿੰਦੀ ਕਿ ਮੈਨੂੰ ਜਲਦੀ ਪੈਸੇ ਦੇ ਦੇ।
बाल वो बेचण आई आ हुण डैला अपने, ठीक है। सो डैला स्पेंड द नेक्स्ट 2 hours इन द स्टोर्स ईगरली लुकिंग फॉर जिम्स प्रैजेंट। हुण डैला जिहड़ी आ बहुत जल्दी दे विच आ, क्योंकि अगले ही दिन की आ क्रिसमस आ ते उन्हें अपने हसबैंड जिम वास्ते एक बहुत ही खूबसूरत कोई तोहफा खरीदना ही खरीदना आ। इस करके वो फटाफट जल्दबाजी दे विच की आ कहंदी कि हाँ ठीक है, वो पुछदी भी नहीं है कि पैसे घट दे रही आ या तू वध दे रही आ। इस करके वो फटाफट पैसे लैंदी आ, अपने बाल बेच दिंदी आ उन्होंने ते दुकान तो बाहर आ जाती है। ते अगले 2 घंटे वो बितांदी है स्टोर्स दे विच, जिथे कि जाके वो अपने हसबैंड वास्ते तोहफा खरीद सके। She found it at last. It surely had been made for Jim and no one else. There was no other like it in any of the stores. It was a platinum watch chain, simple but well made. ਹੁਣ ਐਟਲੀਸਟ ਉਹਨੇ 2 hours ਜਿਹੜੇ ਆ ਤੋਹਫਾ ਖਰੀਦਣ ਵਾਸਤੇ ਗੁਜ਼ਾਰੇ, ਬਹੁਤ ਕੁਛ ਵਧੀਆ ਖਰੀਦਣਾ ਚਾਹੁੰਦੀ ਸੀ ਆਪਣੇ ਹਸਬੈਂਡ ਵਾਸਤੇ, ਅਤੇ ਆਖਿਰਕਾਰ ਉਹਨੂੰ ਇੱਕ ਵਧੀਆ ਜਿਹੜਾ ਤੋਹਫਾ ਹੈ ਆਪਣੇ ਹਸਬੈਂਡ ਲਈ ਮਿਲ ਹੀ ਗਿਆ। ਅਤੇ ਉਹ ਤੋਹਫਾ ਕੀ ਸੀਗਾ? ਇੱਕ ਪਲੈਟੀਨਮ ਵਾਚ ਚੇਨ ਸੀਗੀ। ਬਹੁਤ ਹੀ ਸਿੰਪਲ ਜੀ ਸੀ, ਬਟ ਬਹੁਤ ਹੀ ਵਧੀਆ ਬਣੀ ਹੋਈ ਸੀ, ਬਹੁਤ ਖੂਬਸੂਰਤ ਲੱਗ ਰਹੀ ਸੀ ਦੇਖਣ ਨੂੰ। ਇਟ ਵਾਜ਼ ਵਰਦੀ ਆਫ ਦ ਵਾਚ। ਹੁਣ ਜਿਹੜੀ ਆਪਾਂ ਪੜ੍ਹਿਆ ਕਿ ਵਾਚ ਆ ਜਿਮ ਦੇ ਕੋਲ, ਜਿਹਦੇ ਉੱਤੇ ਉਹਨੂੰ ਬਹੁਤ ਮਾਣ ਹੈ, ਉਹਦੇ ਵਾਸਤੇ ਉਹ ਚੇਨ ਖਰੀਦਣਾ ਚਾਹੁੰਦੀ ਹੈ ਡੈਲਾ। As soon as she saw it, she decided that it was the right present for Jim. ਜਦੋਂ ਡੈਲਾ ਨੇ ਇਸ ਚੈਨ ਨੂੰ ਸ਼ੌਪ ਦੇ ਵਿੱਚ ਦੇਖਿਆ ਤੇ ਉਹਨੇ ਡਿਸਾਈਡ ਕਰ ਲਿਆ ਕਿ ਇਹੀ ਜਿਹੜਾ ਤੋਹਫਾ ਆ ਉਹ ਜਿਮ ਵਾਸਤੇ ਵਧੀਆ ਰਹੇਗਾ। She paid $21 for it and hurried home with the 87 cents that remained. ਹੁਣ ਉਹ ਜਿਹੜੀ ਚੇਨ ਸੀ ਉਹ $21 ਦੀ ਸੀ। ਹੁਣ ਉਹ $21 ਉਹਨੇ ਕਿੱਦਾਂ ਦਿੱਤੇ? $20 ਉਹਨੂੰ ਬਾਲ ਵੇਚ ਕੇ ਮਿਲੇ ਸੀ ਅਤੇ $1 ਅਤੇ 87 ਸੈਂਟਸ ਉਹਨੇ ਇਕੱਠੇ ਕੀਤੇ ਸੀ, ਸੇਵਿੰਗਸ ਕੀਤੀਆਂ ਸੀ। ਸੋ ਉਹਦੇ ਵਿੱਚ ਉਹਨੇ $21 ਮਿਲਾ ਕੇ ਦੇ ਦਿੱਤੇ ਅਤੇ 87 ਸੈਂਟਸ ਉਹਦੇ ਕੋਲ ਜਿਹੜੇ ਬਚੇ ਸੀ ਉਹ ਲੈ ਕੇ ਉਹਨਾਂ ਨੂੰ ਵਾਪਸ ਘਰ ਆ ਗਈ। ਚੇਨ ਉਹਨੇ ਖਰੀਦ ਲਈ ਜਿਮ ਵਾਸਤੇ। ਦੈਨ ਵੈਨ ਡੈਲਾ ਰੀਚਡ ਹੋਮ pleased with the present, she grew nervous as she thought calmly about what she had done. ਤੇ ਫਿਰ ਜਦੋਂ ਤੋਹਫਾ ਖਰੀਦ ਕੇ ਐਕਸਾਈਟਡ ਸੀਗੀ ਬਹੁਤ ਜ਼ਿਆਦਾ ਡੈਲਾ, ਜਦੋਂ ਉਹ ਘਰ ਆਉਂਦੀ ਆ ਅਤੇ ਫਿਰ ਉਹ ਬਹੁਤ ਜ਼ਿਆਦਾ ਨਰਵਸ ਹੋ ਜਾਂਦੀ ਆ, ਕਿਉਂਕਿ ਉਹਨੇ ਹੁਣ ਉਹਦੀ ਇੱਕ ਸੀਗੀ ਜ਼ਿੱਦ ਵੀ ਕਹਿ ਸਕਦੇ ਹਾਂ ਅਸੀਂ ਕਿ ਉਹਨੇ ਤੋਹਫਾ ਖਰੀਦਣਾ ਹੀ ਖਰੀਦਣਾ ਆ ਆਪਣੇ ਹਸਬੈਂਡ ਵਾਸਤੇ। ਉਸ ਜ਼ਿੱਦ ਦੇ ਵਿੱਚ ਉਹਨੇ ਕੀ ਕੀਤਾ, ਇੱਕ ਬਹੁਤ ਵੱਡੀ ਗਲਤੀ ਵੀ ਕਰ ਲਈ ਸੀ, ਕਿਉਂਕਿ ਜਿਹੜੇ ਉਹਦੇ ਬਾਲ ਸੀ ਉਹਦੇ ਲਈ ਬਹੁਤ ਜ਼ਿਆਦਾ ਪ੍ਰਾਊਡ ਉਹ ਫੀਲ ਕਰਦੀ ਸੀ। ਅਸੀਂ ਪੜ੍ਹਿਆ ਨਾ ਕਿ ਇੱਕ ਗੋਲਡ ਵਾਚ ਅਤੇ ਇੱਕ ਜਿਹੜੇ ਡੈਲਾ ਦੇ ਹੇਅਰ ਆ ਉਹੀ ਉਹਨਾਂ ਕੋਲ ਬਹੁਤ ਹੀ ਬੇਸ਼ਕੀਮਤੀ ਚੀਜ਼ਾਂ ਨੇ। ਉਸ ਤੋਂ ਇਲਾਵਾ ਉਹਨਾਂ ਦੇ ਕੋਲ ਹੋਰ ਕੋਈ ਵੀ ਕੀਮਤੀ ਚੀਜ਼ ਨਹੀਂ ਸੀ ਜਿਮ ਅਤੇ ਡੈਲਾ ਦੇ ਕੋਲ। ਹੁਣ ਜਦੋਂ ਉਹ ਹੋਸ਼ ਦੇ ਵਿੱਚ ਆਈ ਕਿ ਉਹਨੇ ਕੀ ਕਰ ਦਿੱਤਾ ਆ, ਘਰ ਆ ਕੇ ਉਹਨੇ ਦੇਖਿਆ, ਸ਼ੀ ਲੁੱਕਡ ਐਟ ਦ ਰਿਫਲੈਕਸ਼ਨ ਇਨ ਦ ਮਿਰਰ ਲੌਂਗ ਕੇਅਰਫੁਲੀ ਐਂਡ ਕ੍ਰਿਟੀਕਲੀ। ਹੁਣ ਘਰ ਆ ਕੇ ਉਹਨੇ ਆਪਣੇ ਆਪ ਨੂੰ ਦੁਬਾਰਾ ਸ਼ੀਸ਼ੇ ਦੇ ਵਿੱਚ ਦੇਖਿਆ ਅਤੇ ਬਹੁਤ ਹੀ ਦੇਰ ਤੱਕ ਉਹ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਦੇਖਦੀ ਰਹੀ, ਬਹੁਤ ਹੀ ਧਿਆਨ ਦੇ ਨਾਲ। ਸ਼ੀ brought out her curling arms and began to curl her hair carefully. ਹੁਣ ਆਪਣੇ ਬਾਲਾਂ ਨੂੰ ਕੀ ਆ, ਕਰਲ ਕਰਨ ਲੱਗ ਗਈ, ਘੁੰਘਰਾਲੇ ਜਿੱਦਾਂ ਕਹਿੰਦੇ ਆਪਾਂ ਕਰਨੇ, ਠੀਕ ਹੈ। the tiny curls made her look like a school boy. ਹੁਣ ਜਿਹੜੇ ਉਹਦੇ ਛੋਟੇ ਬਾਲ ਉਹਨੇ ਸਾਰੇ ਵੇਚ ਦਿੱਤੇ, ਆਪਣੇ ਛੋਟੇ ਛੋਟੇ ਉਹਦੇ ਬਾਲ ਬਚੇ ਆ, ਠੀਕ ਹੈ। ਹੁਣ ਉਹ ਛੋਟੇ ਛੋਟੇ ਬਾਲਾਂ ਦੇ ਵਿੱਚ ਜਦੋਂ ਉਹਨੇ ਕਰਲਸ ਵੀ ਕਰ ਲਏ, ਘੁੰਘਰਾਲੇ ਵੀ ਕਰ ਲਏ, ਅਤੇ ਉਹ ਉਹਨਾਂ ਬਾਲਾਂ ਦੇ ਵਿੱਚ ਇੱਕ ਛੋਟਾ ਜਿਹਾ ਸਕੂਲ ਬੋਏ ਲੱਗ ਰਹੀ ਆ, ਠੀਕ ਹੈ। ਇੱਕ ਸਕੂਲ ਜਾਣ ਵਾਲਾ ਜਿੱਦਾਂ ਮੁੰਡਾ ਹੁੰਦਾ ਉੱਦਾਂ ਦੀ ਉਹਦੀ ਲੁੱਕ ਹੋ ਗਈ। ਮਤਲਬ ਉਹਦੇ ਬਾਲ ਇੰਨੇ ਖੂਬਸੂਰਤ ਸੀ, ਉਹਦੇ ਨਾਲ ਹੀ ਉਹਦੀ ਜ਼ਿਆਦਾ ਖੂਬਸੂਰਤੀ ਸੀ। If Jim doesn't kill me, she said to herself, before he takes a second look at me, he will say I look like a boy. But what could I do? Oh, what could I do with $1.87? ਹੁਣ ਉਹ ਸੋਚ ਰਹੀ ਆ ਕਿ ਜਦੋਂ ਜਿਮ ਮੈਨੂੰ ਦੇਖੇਗਾ ਤਾਂ ਉਹ ਸੋਚੇਗਾ ਕਿ ਮੈਂ ਇੱਕ ਮੁੰਡਾ ਦਿਖ ਰਹੀ ਹਾਂ ਬਿਲਕੁਲ,
ਤੇ ਉਹ ਕਹਿੰਦੀ ਕਿ ਬਟ ਮੈਂ ਕਰ ਵੀ ਕੀ ਸਕਦੀ ਸੀ ਆਪਣੇ ਵਾਲਾਂ ਨੂੰ ਵੇਚਣ ਤੋਂ ਸਿਵਾ। ਮੇਰੇ ਕੋਲ ਸਿਰਫ $1.87 ਸੀਗੇ, ਉਹਨਾਂ ਦੇ ਨਾਲ ਮੈਂ ਕੀ ਖਰੀਦ ਸਕਦੀ ਸੀ, ਕੀ ਤੋਹਫਾ ਮੈਂ ਖਰੀਦ ਸਕਦੀ ਸੀ। ਇਸ ਕਰਕੇ ਮੇਰੇ ਕੋਲ ਹੋਰ ਕੋਈ ਦੂਸਰਾ ਰਾਸਤਾ ਹੀ ਨਹੀਂ ਸੀ ਕਿ ਮੈਂ ਕੁਝ ਹੋਰ ਉਹਦੇ ਵਾਸਤੇ ਕਰ ਸਕਦੀ। ਮੈਂ ਤੋਹਫਾ ਖਰੀਦਣਾ ਸੀ, ਇਸ ਕਰਕੇ ਮੈਨੂੰ ਆਪਣੇ ਵਾਲ ਜਿਹੜੇ ਆ ਉਹ ਵੇਚਣੇ ਹੀ ਪਏ। ਹੁਣ ਡੈਲਾ ਇਹ ਸਭ ਕੁਝ ਸੋਚ ਕੇ ਪਰੇਸ਼ਾਨ ਹੋ ਰਹੀ ਆ। At 7 o'clock the coffee was made and everything arranged to get dinner ready. Jim was never late. Della sat on the corner of the table near the door with the watch chain in her hand. ਹੁਣ ਸ਼ਾਮ ਦੇ ਜਿਹੜੇ ਆ 7 ਵੱਜ ਚੁੱਕੇ ਸੀਗੇ ਅਤੇ ਜਿਹੜੀ ਡੈਲਾ ਆ ਉਹਨੇ ਕੀ ਆ ਸਾਰਾ ਕੁਝ ਅਰੇਂਜ ਕੀਤਾ, ਡਿਨਰ ਵਗੈਰਾ ਜੋ ਵੀ ਸੀਗਾ। ਅਤੇ ਜਿਮ ਜਿਹੜਾ ਸੀ ਜਿਸ ਟਾਈਮ 'ਤੇ ਡੇਲੀ ਆ ਜਾਂਦਾ ਆਪਣੇ ਕੰਮ ਤੋਂ, ਉਸ ਟਾਈਮ 'ਤੇ ਹੀ ਆ ਜਾਂਦਾ ਸੀ, ਕਦੀ ਲੇਟ ਨਹੀਂ ਹੁੰਦਾ ਸੀ। ਡੈਲਾ ਸੈਟ ਔਨ ਦਾ ਕੋਰਨਰ ਆਫ ਦਾ ਟੇਬਲ ਨੀਅਰ ਦ ਡੋਰ ਵਿਦ ਦ ਵਾਚ ਚੇਨ ਇਨ ਹਰ ਹੈਂਡ। ਹੁਣ ਜਿਹੜੀ ਡੈਲਾ ਆ ਹੁਣ ਜਿਮ ਦਾ ਇੰਤਜ਼ਾਰ ਕਰਨ ਲੱਗ ਗਈ ਆ ਕਿਉਂਕਿ ਉਹਦੇ ਆਉਣ ਦਾ ਟਾਈਮ ਹੋ ਗਿਆ ਆ। ਅਤੇ ਹੁਣ ਉਹ ਬੈਠੀ ਹੋਈ ਜਿਹੜੀ ਉਹਨੇ ਚੇਨ ਜਿਹੜੀ ਖਰੀਦੀ ਆ ਜਿਮ ਵਾਸਤੇ, ਉਹ ਲੈ ਕੇ ਬੈਠ ਕੇ ਉਹਦਾ ਵੇਟ ਕਰ ਰਹੀ ਹੈ। ਦੈਨ ਸ਼ੀ ਹਰਡ his step on the stairs. ਹੁਣ ਉਹਨੂੰ ਆਵਾਜ਼ ਆਈ ਆ ਪੈਰਾਂ ਦੀ ਜਿਮ ਦੇ। she turned white for just a moment. she prayed, please God make him think I am still pretty. ਹੁਣ ਜਿਹੜੀ ਡੈਲਾ ਆ ਉਹ ਕਹਿੰਦੀ ਕਿ ਮੈਂ ਬਹੁਤ ਜ਼ਿਆਦਾ ਘਬਰਾਈ ਹੋਈ ਵੀ ਆ। ਹੁਣ ਜਿਹੜੀ ਡੈਲਾ ਆ ਉਹ ਹੁਣ ਪਰਮਾਤਮਾ ਨੂੰ ਪ੍ਰਾਰਥਨਾ ਕਰ ਰਹੀ ਆ ਕਿ ਹੇ ਪਰਮਾਤਮਾ ਜਦੋਂ ਉਹ ਮੇਰੇ ਵੱਲ ਦੇਖੇਗਾ ਜਿਮ, ਕਿਉਂਕਿ ਉਹਦੇ ਬਾਲ ਹੁਣ ਜਾ ਚੁੱਕੇ ਆ, ਉਹ ਇੱਕ ਬॉय ਦੀ ਤਰ੍ਹਾਂ ਦਿਖ ਰਹੀ ਆ। ਉਹ ਕਹਿੰਦੀ ਕਿ ਪਲੀਜ਼ ਗੋਡ ਜਦੋਂ ਜਿਮ ਮੇਰੇ ਵੱਲ ਦੇਖੇ ਅਤੇ ਉਹਨੂੰ ਇਹੀ ਫੀਲ ਹੋਵੇ ਕਿ ਮੈਂ ਹਜੇ ਵੀ ਖੂਬਸੂਰਤ ਹਾਂ, ਮੇਰੇ ਵਿੱਚ ਕੋਈ ਚੇਂਜ ਨਹੀਂ ਆਇਆ ਮੇਰੇ ਬਾਲ ਜਿਹੜੇ ਕਟਵਾ ਕੇ। ਦ ਡੋਰ ਓਪਨ ਐਂਡ ਜਿਮ ਸਟੈਪਡ ਇਨ ਐਂਡ ਕਲੋਜ਼ਡ ਇਟ। ਹੁਣ ਦਰਵਾਜ਼ਾ ਖੁੱਲ੍ਹਿਆ ਅਤੇ ਜਿਮ ਅੰਦਰ ਆ ਗਿਆ ਅਤੇ ਉਹਨੇ ਦਰਵਾਜ਼ਾ ਬੰਦ ਕਰ ਦਿੱਤਾ। ਹੀ ਲੁਕਡ ਥਿਨ ਐਂਡ ਵੈਰੀ ਸੀਰੀਅਸ। ਹੁਣ ਜਿਹੜਾ ਜਿਮ ਆ ਉਹ ਬਹੁਤ ਹੀ ਪਤਲਾ ਜਿਹਾ ਅਤੇ ਬਹੁਤ ਹੀ ਸੀਰੀਅਸ ਜਿਹਾ ਆ ਦੇਖਣ ਨੂੰ। ਪੂਅਰ ਫੈਲੋ, ਹੀ ਵਾਜ਼ ਓਨਲੀ 22 ਐਂਡ ਹੀ ਵਾਜ਼ ਬਰਡਨ ਵਿਦ ਅ ਫੈਮਿਲੀ। ਹੁਣ ਜਿਹੜਾ ਜਿਮ ਹੈ ਉਹ ਕੀ ਆ, ਰਾਈਟਰ ਉਹਨੂੰ ਪੂਅਰ ਫੈਲੋ ਕਹਿ ਰਿਹਾ ਆ। ਪੂਅਰ ਫੈਲੋ ਮਤਲਬ ਜਿੱਦਾਂ ਆਪਾਂ ਵਿਚਾਰਾ ਕਹਿ ਦਿੰਦੇ ਹਾਂ, ਕਿਸੇ ਨੂੰ ਵਿਚਾਰਾ ਕਹਿ ਦਿੰਦੇ ਹਾਂ, ਠੀਕ ਹੈ। ਸੋ ਉਹ ਜਿਹੜੀ ਜਿਮ ਦੀ ਏਜ ਹੈ ਉਹ ਸਿਰਫ ਅਤੇ ਸਿਰਫ 22 ਹੈ, 22 years ਹੀ ਓਲਡ ਹੈ ਜਿਹੜਾ ਜਿਮ ਹੈ। ਅਤੇ ਉਹਨੂੰ ਇੱਕ ਜ਼ਿੰਮੇਦਾਰੀ ਪੈ ਗਈ ਹੈ ਇੱਕ ਫੈਮਿਲੀ ਦੀ, ਠੀਕ ਹੈ, ਮਤਲਬ ਉਹਦੀ ਮੈਰਿਜ ਹੋ ਚੁੱਕੀ ਹੈ ਇੰਨੀ ਛੋਟੀ ਉਮਰ ਦੇ ਵਿੱਚ ਹੀ। ਹੀ ਨੀਡਡ ਅ ਨਿਊ ਓਵਰਕੋਟ ਐਂਡ ਹੀ ਵਾਜ਼ ਵਿਦਆਊਟ ਗਲਵਸ। ਹੁਣ ਜਿਮ ਨੂੰ ਇੱਕ ਨਵੇਂ ਓਵਰਕੋਟ ਦੀ ਵੀ ਜ਼ਰੂਰਤ ਆ ਅਤੇ ਉਹਦੇ ਹੱਥਾਂ ਦੇ ਵਿੱਚ ਗਲਵਜ਼ ਵੀ ਨਹੀਂ ਸੀ, ਮਤਲਬ ਸਰਦੀਆਂ ਸੀਗੀਆਂ ਅਤੇ ਉਹਦੇ ਹੱਥਾਂ ਦੇ ਵਿੱਚ ਗਲਵਜ਼ ਵੀ ਨਹੀਂ ਸੀ ਕਿਉਂਕਿ ਉਹ ਆਲਰੇਡੀ ਇੰਨੀ ਜ਼ਿਆਦਾ ਪੂਅਰ ਆ ਕਿ ਉਹ $20 ਦੇ ਵਿੱਚ ਹੀ ਬਹੁਤ ਮੁਸ਼ਕਿਲ ਦੇ ਨਾਲ ਮੈਨੇਜ ਕਰ ਰਿਹਾ ਸਭ ਕੁਝ। ਇਸ ਕਰਕੇ ਇੰਨੀ ਗਰੀਬੀ ਆ ਕਿ ਉਹ ਆਪਣੇ ਵਾਸਤੇ ਇੱਕ ਓਵਰਕੋਟ ਨਵਾਂ ਅਤੇ ਗਲਵਜ਼ ਵੀ ਨਹੀਂ ਖਰੀਦ ਸਕਦਾ। Jim's eyes were fixed on Della and there was an expression in them that she could not read. ਹੁਣ ਜਿਮ ਜਿਹੜਾ ਆ ਉਹਦੀਆਂ ਅੱਖਾਂ ਜਿਹੜੀਆਂ ਉਹ ਦੇਖ ਰਹੀਆਂ ਡੈਲਾ ਨੂੰ ਅਤੇ ਉਹਦੇ ਐਕਸਪ੍ਰੈਸ਼ਨ ਜਿਹੜੇ ਸੀਗੇ ਉਹ ਰੀਡ ਨਹੀਂ ਕਰ ਪਾ ਰਹੇ। ਐਂਡ ਉਹ ਜਿਹੜੀ ਡੈਲਾ ਆ ਉਹਦੀਆਂ ਅੱਖਾਂ ਦੇ ਵਿੱਚ ਜਿਮ ਦੇ ਵਿੱਚ ਦੇਖ ਕੇ ਕਿ ਉਹ ਕਿੱਦਾਂ ਦੇ ਐਕਸਪ੍ਰੈਸ਼ਨਸ ਦੇਖ ਰਿਹਾ ਉਹ ਰੀਡ ਨਹੀਂ ਕਰ ਪਾ ਰਹੀ ਡੈਲਾ, ਕਿਉਂਕਿ ਜਿਮ ਨੇ ਜਦੋਂ ਦੇਖਿਆ ਉਹਨੂੰ ਡੈਲਾ ਨੂੰ ਬਹੁਤ ਜ਼ਿਆਦਾ ਸ਼ੌਕਡ ਰਹਿ ਗਿਆ ਕਿਉਂਕਿ ਉਹ ਬਾਲਾਂ ਕਰਕੇ ਇੰਨੀ ਖੂਬਸੂਰਤ ਦਿਖਦੀ ਸੀ। ਉਹਦੇ ਬਾਲਾਂ ਦੇ ਉੱਤੇ ਉਹਨੂੰ ਬਹੁਤ ਪ੍ਰਾਊਡ ਸੀ ਅਤੇ ਉਹ ਜਦੋਂ ਸਡਨਲੀ ਉਹਨੂੰ ਇੱਦਾਂ ਦੇਖਦਾ ਆ ਅਤੇ ਉਹ ਬਹੁਤ ਜ਼ਿਆਦਾ ਹੈਰਾਨ ਰਹਿ ਜਾਂਦਾ ਅਤੇ ਡੈਲਾ ਵੀ ਨਹੀਂ ਸਮਝ ਪਾਉਂਦੀ ਕਿ ਜਿਮ ਕਿੱਦਾਂ ਦੇ ਐਕਸਪ੍ਰੈਸ਼ਨਸ ਜਿਹੜੇ ਆ ਉਹ ਦੇ ਰਿਹਾ ਆ ਉਹਨੂੰ, ਉਸ ਖੁਦ ਵੀ ਸਮਝ ਨਹੀਂ ਪਾ ਰਹੀ। It was not anger, not surprise. He simply stared at her with a strange expression on his face. ਹੁਣ ਜਿਹੜੀ ਜਿਮ ਦੀ ਅੱਖਾਂ ਦੇ ਵਿੱਚ ਜਿਹੜੇ ਐਕਸਪ੍ਰੈਸ਼ਨਸ ਆ, ਨਾ ਹੀ ਉਹ ਗੁੱਸਾ ਆ ਡੈਲਾ ਦੇ ਪ੍ਰਤੀ, ਨਾ ਹੀ ਜਿਹੜਾ ਉਹਨੂੰ ਕੋਈ ਸਰਪ੍ਰਾਈਜ਼ ਹੋਇਆ ਆ ਅਤੇ ਉਹ ਕਿੱਦਾਂ ਦੇ ਐਕਸਪ੍ਰੈਸ਼ਨ ਸੀ ਡੈਲਾ ਵੀ ਨਹੀਂ ਸਮਝ ਪਾ ਰਹੀ ਸੀ। ਬਟ ਉਸ ਜਿਹੜਾ ਜਿਮ ਆ ਉਹ ਦੇਖ ਰਿਹਾ ਆ ਕੰਟੀਨਿਊਸਲੀ ਆਪਣੀ ਵਾਈਫ ਡੈਲਾ ਦੇ ਵੱਲ ਅਤੇ ਬਹੁਤ ਜ਼ਿਆਦਾ ਜਿਹੜੇ ਸਟਰੇਂਜ ਐਕਸਪ੍ਰੈਸ਼ਨ ਸੀਗੇ ਜਿਮ ਦੇ ਫੇਸ ਦੇ ਉੱਤੇ, ਠੀਕ ਹੈ। ਸੋ ਸਟੂਡੈਂਟਸ ਅੱਜ ਅਸੀਂ ਇੰਨਾ ਹੀ ਚੈਪਟਰ ਰੀਡ ਕਰਾਂਗੇ। ਰੈਸਟ ਆਫ ਦ ਚੈਪਟਰ ਵੀ ਵਿਲ ਰੀਡ
in our next lecture। ਸੋ ਇੱਥੇ ਤੱਕ ਤੁਸੀਂ ਵੀ ਰੀਡ ਕਰੋ ਆਪਣੀ ਬੁੱਕ ਤੋਂ ਦੁਬਾਰਾ। ਸੋ ਨੈਕਸਟ ਅਸੀਂ ਪੜ੍ਹਾਂਗੇ ਇਸ ਚੈਪਟਰ ਦੇ ਵਿੱਚ ਕਿ ਕੀ ਹੋਇਆ। ਹੁਣ ਜਿਮ ਆ ਚੁੱਕਾ ਆ, ਉਹਨੇ ਦੇਖ ਲਿਆ ਆ ਕਿ ਡੈਲਾ ਨੇ ਆਪਣੇ ਬਾਲ ਜਿਹੜੇ ਉਹ ਕਟਵਾਤੇ ਆ। ਡੈਲਾ ਸਮਝ ਨਹੀਂ ਪਾ ਰਹੀ ਆ ਕਿ ਜਿਮ ਕਿੱਦਾਂ ਰਿਐਕਟ ਕਰੇਗਾ। ਬਹੁਤ ਜ਼ਿਆਦਾ ਜੋ ਹੈ ਕਨਫਿਊਜ਼ਡ ਹੈ ਡੈਲਾ, ਡਰੀ ਹੋਈ ਵੀ ਆ ਕਿ ਜਿਮ ਜਿਹੜਾ ਆ ਉਹ ਕਿੱਦਾਂ ਰਿਐਕਟ ਕਰੇਗਾ ਉਹਨੂੰ ਦੇਖ ਕੇ। ਸੋ ਕੀ ਹੁੰਦਾ ਆ ਅੱਗੇ, ਅਤੇ ਪ੍ਰੈਜੈਂਟ ਕਿੱਦਾਂ ਉਹਨੂੰ ਦਿੰਦੀ ਆ, ਅਤੇ ਗਿਫਟ ਜਿਹੜਾ ਆ ਉਹ ਸਿਰਫ ਅਤੇ ਸਿਰਫ ਡੈਲਾ ਹੀ ਜਿਮ ਨੂੰ ਨਹੀਂ ਦਿੰਦੀ ਕ੍ਰਿਸਮਸ 'ਤੇ, ਜਿਮ ਵੀ ਉਹਨੂੰ ਪ੍ਰੈਜੈਂਟ ਦਿੰਦਾ ਆ। ਹੁਣ ਡੈਲਾ ਨੇ ਤਾਂ ਪੈਸੇ ਜੋੜੇ ਸੀ, ਫਿਰ ਵੀ ਉਹ ਅਰੇਂਜ ਨਹੀਂ ਕਰ ਪਾਈ ਸੀ ਗਿਫਟ, ਅਤੇ ਓਬਵੀਅਸਲੀ ਜਿਹੜਾ ਜਿਮ ਹੈ ਉਹ ਵੀ ਇੰਨਾ ਤਾਂ ਉਹਦੇ ਕੋਲ ਪੈਸਾ ਹੈ ਨਹੀਂ ਕਿ ਉਹ ਇੱਕ ਗਿਫਟ ਖਰੀਦ ਸਕੇ, ਅਤੇ ਬਟ ਉਹ ਗਿਫਟ ਦਿੰਦਾ ਆ ਆਪਣੀ ਵਾਈਫ ਨੂੰ। ਉਹ ਕੀ ਗਿਫਟ ਦਿੰਦਾ ਆ ਅਸੀਂ ਨੈਕਸਟ ਲੈਕਚਰ ਦੇ ਵਿੱਚ ਰੀਡ ਕਰਾਂਗੇ। ਟਿਲ ਦੈਨ ਤੁਸੀਂ ਇਸ ਚੈਪਟਰ ਨੂੰ ਰੀਡ ਕਰੋ। ਅਗਰ ਕੁਛ ਨਹੀਂ ਸਮਝ ਆਉਂਦਾ ਤੁਸੀਂ ਪੁੱਛ ਲਓ। ਠੀਕ ਹੈ ਸਟੂਡੈਂਟਸ, ਥੈਂਕ ਯੂ।